ਦੂਜਾ ਰਬਾਬੀ ਮਰਦਾਨਾ। ਉੱਥੇ ਹੀ ਬਚਨ ਆਉਂਦੇ ਬਾਬਾ ਫਿਰ ਮੱਕੇ ਗਿਆ, ਜਾਂ ਬਾਬਾ ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਈ। ਜੋ ਜੋ ਬਚਨ ਉਹਦੇ 'ਚ ਆਏ ਹੈ ਉਹਦੀ ਕਥਾ ਵੀ ਭਾਈ ਮਨੀ ਸਿੰਘ ਨੇ ਲਿਖੀ ਹੈ। ਉਹਨੂੰ ਸਿੱਖਾਂ ਦੀ ਭਗਤਮਾਲਾ ਦੇ ਨਾਲ ਉਹਨੂੰ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਕਹਿੰਦੇ, ਭਾਈ ਮਨੀ ਸਿੰਘ ਵਾਲੀ। ਇੱਦਾਂ ਭਾਈ ਮਨੀ ਸਿੰਘ ਜੀ ਨੇ ਦੋ ਤਾਂ ਇਹ ਪੋਥੀਆਂ ਵਾਰਤਕ 'ਚ ਲਿਖੀਆਂ, ਬਾਕੀ ਉਹਨਾਂ ਨੇ ਇੱਕ ਵਾਜ਼ਬੁਲ ਅਰਜ਼ ਨਾਮ ਦਾ ਰਹਿਤਨਾਮਾ ਵੀ ਲਿਖਿਆ। ਉਹਦੇ ਵਿੱਚ ਜਿਹੜੇ ਗੁਰੂ ਮਹਾਰਾਜ ਦੇ ਕੋਲ ਸਿੱਖ ਰਹਿੰਦੇ ਸੀਗੇ ਉਸ ਵੇਲੇ, ਉਹਨਾਂ ਨੇ ਸਵਾਲ ਕੀਤੇ ਸੀ ਦਸਵੇਂ ਪਾਤਸ਼ਾਹ ਨੂੰ, ਅਤੇ ਮਹਾਰਾਜ ਨੇ ਜੋ ਜਵਾਬ ਦਿੱਤੇ ਸੀ ਉਹ ਭਾਈ ਮਨੀ ਸਿੰਘ ਨੇ ਰਹਿਤਨਾਮਾ ਲਿਖਿਆ। ਇੱਕ ਭਾਈ ਮਨੀ ਸਿੰਘ ਨੇ ਜਪਜੀ ਸਾਹਿਬ ਦਾ ਟੀਕਾ ਵੀ ਲਿਖਿਆ, ਪਰ ਬਹੁਤ ਵਧੀਆ ਕਿਸਮ ਦਾ, ਛੋਟੇ ਸੰਖੇਪ ਅੱਖਰਾਂ ਦੇ ਵਿੱਚ। ਇਸੇ ਤਰ੍ਹਾਂ ਭਾਈ ਮਨੀ ਸਿੰਘ ਤੋਂ ਕਥਾ ਸੁਣ ਕੇ ਭਗਤ ਸਿੰਘ ਨੇ ਗੁਰਬਿਲਾਸ ਲਿਖਿਆ 6ਵੀਂ ਪਾਤਸ਼ਾਹੀ ਦਾ, ਔਰ ਕੋਇਰ ਸਿੰਘ ਕਲਾਲ ਨੇ ਭਾਈ ਮਨੀ ਸਿੰਘ ਤੋਂ ਕਥਾ ਸੁਣ ਕੇ 10ਵੇਂ ਪਾਤਸ਼ਾਹ ਦਾ ਗੁਰਬਿਲਾਸ ਲਿਖਿਆ। ਉਹਨਾਂ ਦੇ ਸੇਵਕਾਂ ਨੇ, ਜਿਹੜੇ ਉਹਨਾਂ ਦੇ ਵਿਦਿਆਰਥੀ ਸੀ, ਉਹਨਾਂ ਨੇ ਵੀ ਬਹੁਤ ਗ੍ਰੰਥ ਲਿਖੇ। ਬਾਬਾ ਦੀਪ ਸਿੰਘ ਜੀ ਨੇ ਵੀ ਭਾਈ ਮਨੀ ਸਿੰਘ ਕੋਲੋਂ ਗੁਰਬਾਣੀ ਲਿਖਣ ਦੀ ਵਿੱਦਿਆ ਸਿੱਖ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਲਿਖੀਆਂ। ਭਾਈ ਮਨੀ ਸਿੰਘ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖੀ। ਭਾਈ ਮਨੀ ਸਿੰਘ ਜੀ ਨੇ 10ਵੇਂ ਗ੍ਰੰਥ ਸਾਹਿਬ ਦੀ ਬੀੜ ਲਿਖੀ। ਜਿੰਨਾ ਕੰਮ ਗੁਰਮਤਿ ਦਾ ਭਾਈ ਮਨੀ ਸਿੰਘ ਜੀ ਕਰ ਗਏ, ਐਡਾ ਵੱਡਾ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ। ਹਾਂਜੀ, ਕੁਛ ਗੁਰ ਕਹੀ ਕੁਛ ਮਨ ਤੇ ਲਾਵੈ। ਭਾਈ ਸਾਹਿਬ ਕੁਝ ਗੁਰਬਾਣੀ ਦੇ ਅਰਥ ਕਰਦੇ, ਉਹਦੇ ਨਾਲ ਆਪਣਾ ਅਨੁਭਵ ਵੀ ਦੱਸਦੇ ਵੀ ਗੁਰਬਾਣੀ ਦਾ ਇਸ ਪੰਕਤੀ ਦੇ ਆਹ ਵੀ ਅਰਥ ਬਣਦੇ ਆ, ਇੱਦਾਂ ਵੀ ਬਣਦੇ ਆ। ਸਾਖੀਆਂ ਲਿਖ ਕੇ, ਕਿਉਂਕਿ ਆਮ ਬੰਦਿਆਂ ਨੂੰ, ਆਮ ਜਗਿਆਸੂਆਂ ਨੂੰ ਗੁਰਬਾਣੀ ਦੀ ਸਮਝ ਬੜੀ ਔਖੀ ਆਉਂਦੀ ਹੈ, ਉਹਦੇ ਨਾਲ ਫਿਰ ਸਾਖੀ ਲਾਣੀ ਪੈਂਦੀ ਹੈ। ਅੱਜ ਕੱਲ੍ਹ ਕੋਈ ਸਾਖੀ ਸੁਣਾਵੇ ਨਾ, ਤੇ ਕਈ ਸਾਡੇ 'ਚ ਬਹੁਤ ਤਰਕਵਾਦੀ ਕਹਿੰਦੇ ਸਾਖੀਆਂ ਹੀ ਸੁਣਾਈ ਜਾਂਦੇ ਹੋ। ਮੈਂ ਕਹਿੰਦਾ ਭਾਈ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਾਖੀਆਂ ਸੁਣਾਈਆਂ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਇਆ ਹੈ 1192 ਅੰਗ ਦੇ ਉੱਤੇ, ਸੁਣ ਸਾਖੀ ਮਨ ਜਪ ਪਿਆਰ। ਹੇ ਮੇਰੇ ਮਨਾ ਤੂੰ ਸਾਖੀਆਂ ਸੁਣ ਤੇ ਨਾਮ ਜਪ। ਅਜਾਮਲ ਉਦਰਿਆ ਕਹਿ ਏਕ ਬਾਰ, ਬਾਲਮੀਕੈ ਹੋਆ ਸਾਧ ਸੰਗ, ਧਰੂ ਕੋ ਮਿਲਿਆ ਪ੍ਰਭ ਨਿਸੰਗ। ਉਹ ਸਾਰਾ ਸ਼ਬਦ ਹੀ ਸਾਖੀਆਂ ਦਾ ਹੀ ਹੈ। ਜੇ ਉਹਦੀ ਕਥਾ ਪੂਰੀ ਕਰੀਏ ਸ਼ਬਦ ਦੀ, ਮਹੀਨਾ ਲੱਗ ਜਾਂਦਾ ਖਾਲਸਾ ਜੀ ਉਹ ਕਥਾ ਉੱਤੇ ਹੀ। ਤੋ ਸਾਖੀ ਜਿਹੜੀ ਹੈ, ਸਾਖੀ ਦਾ ਮਤਲਬ ਹੁੰਦਾ ਗਵਾਹੀ ਦੇਣੀ। ਜਿਵੇਂ ਇੱਕ ਵਿਟਨੈਸ ਗਵਾਹੀ ਦਿੰਦਾ ਹੈ, ਇੱਦਾਂ ਮਹਾਰਾਜ ਦੇ ਮਹਾਂਪੁਰਸ਼ਾਂ ਦੇ ਜੀਵਨਾਂ ਦੀਆਂ ਸਾਖੀਆਂ ਸਾਨੂੰ ਗਵਾਹੀ ਦਿੰਦੀਆਂ ਵੀ ਉਹਨਾਂ ਨੇ ਨਾਮ ਜਪਿਆ ਸੀ, ਉਹ ਤਰ ਗਏ, ਤੁਸੀਂ ਵੀ ਤਰ ਜਾਓਗੇ। ਭਾਈ ਮਨੀ ਸਿੰਘ ਜੀ ਪੁਰਾਤਨ ਸਿੱਖਾਂ ਦੀਆਂ ਸਾਖੀਆਂ ਸੁਣਾਇਆ ਕਰਦੇ ਸੀਗੇ। ਸੁਣ ਸੁਣ ਕੇ ਸਾਡੇ ਵਰਗਿਆਂ ਦਾ ਮਨ ਵੀ, ਤਿਨਾ ਦੇਖ ਮਨ ਚਾਓ ਉਠੰਦਾ ਹੋ, ਕਦ ਪਾਈ ਗੁਣ ਤਾਸਾ। ਗੁਰਸਿੱਖਾਂ ਦੀ ਕਰਨੀ ਸੁਣ ਕੇ ਸਾਡੇ ਵਰਗਿਆਂ ਦਾ ਵੀ ਹੌਸਲਾ ਬਣਦਾ ਵੀ ਅਸੀਂ ਵੀ ਨਾਮ ਜਪ ਲਈਏ, ਅਸੀਂ ਵੀ ਪਰਮਾਤਮਾ ਨੂੰ ਪ੍ਰਾਪਤ ਕਰ ਲਈਏ। ਇੱਦਾਂ ਭਾਈ ਮਨੀ ਸਿੰਘ ਜੀ ਆਪਣੇ ਅਨੁਭਵ ਨਾਲ ਗੁਰਬਾਣੀ ਦੀ ਵਿਆਖਿਆ ਕਰਦੇ ਸੀ। ਦੋਹਰਾ ਮਾਤਾ ਭੇਜੋ ਤਿਸੈ ਕੋ, ਦਿੱਲੀ ਤੇ ਸਮਝਾਏ। ਮਾਤਾ ਸੁੰਦਰੀ ਜੀ ਦਿੱਲੀ ਬੈਠੇ ਸਨ, ਤੁਰਕਮਾਨ ਮਹੱਲੇ ਵਿੱਚ। ਉੱਥੇ ਮਾਤਾ ਜੀ ਦਾ ਗੁਰਦੁਆਰਾ ਹੈ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਉੱਥੇ ਹੀ ਰਹੇ ਸਾਰੀ ਉਮਰ। ਮਾਤਾ ਜੀ ਨੂੰ 10ਵੇਂ ਪਾਤਸ਼ਾਹ ਇੱਥੇ ਛੱਡ ਗਏ ਸਨ। ਕੁਝ ਸਮਾਂ ਮਾਤਾ ਜੀ ਮਥੁਰਾ ਚਲੇ ਗਏ ਸੀ, ਮਥੁਰਾ ਤੋਂ ਵਾਪਸ ਫਿਰ ਦਿੱਲੀ ਆ ਗਏ। ਮਾਤਾ ਸੁੰਦਰੀ ਜੀ ਲਗਭਗ 10ਵੇਂ ਪਾਤਸ਼ਾਹ ਤੋਂ 40 ਸਾਲ ਬਾਅਦ ਜਿਉਂਦੇ ਰਹੇ, 40 ਸਾਲ ਪੂਰੇ। ਅਤੇ ਮਾਤਾ ਸਾਹਿਬ ਦੇਵਾਂ ਜੀ ਵੀ ਉੱਥੇ ਰਹੇ ਆ। ਮਾਤਾ ਸਾਹਿਬ ਦੇਵਾਂ ਜੀ ਜਿਹੜੇ ਸਨ ਉਹ ਭਗਤੀ 'ਚ ਹੀ ਰਹਿੰਦੇ ਲੀਨ, ਹਰ ਵੇਲੇ ਸਿਮਰਨ ਕਰਨਾ, ਕਿਸੇ ਨੂੰ ਕੋਈ ਬਚਨ ਨਹੀਂ ਕਰਨਾ। ਅਤੇ ਮਾਤਾ ਸੁੰਦਰੀ ਜਿਹੜੇ ਸਨ ਉਹ ਸਾਰਾ ਪ੍ਰਬੰਧ ਵੀ ਸੰਭਾਲਦੇ ਅਤੇ ਭਜਨ ਬੰਦਗੀ ਵੀ ਕਰਦੇ ਸਨ। ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਦੀ ਡਿਊਟੀ ਲਾ ਕੇ ਉਹਨਾਂ ਨੂੰ ਸਮਝਾ ਕੇ ਭੇਜਿਆ। ਅੰਮ੍ਰਿਤਸਰ ਚੜ੍ਹਤੀ ਚੜ੍ਹੈ, ਸਿੱਖਣ ਜਾਏ ਖੁਆਏ। ਪਹਿਲਾਂ ਕੀ ਹੁੰਦਾ ਸੀ ਵੀ ਜਿਹੜਾ ਅੰਮ੍ਰਿਤਸਰ ਦਾ ਚੜ੍ਹਾਵਾ ਸੀ ਉਹ ਪਹਿਲਾਂ ਦਿੱਲੀ ਜਾਂਦਾ ਸੀ ਮਾਤਾ ਕੋਲ, ਅਤੇ ਮਾਤਾ ਉਹ ਚੜ੍ਹਾਵਾ ਜਿੰਨਾ ਕੁ ਇੱਥੇ ਖਰਚਾ ਹੁੰਦਾ ਸੀ ਖਰਚ ਕਰਕੇ ਬਾਕੀ ਬਚਦਾ ਹੋਇਆ ਪਟਨੇ ਸਾਹਿਬ ਭੇਜਦੀ ਸੀ। ਪਟਨੇ ਸਾਹਿਬ ਬੈਂਕ ਸੀ ਖਾਲਸੇ ਦਾ, ਕਿਉਂਕਿ ਉਹ ਸਾਰੇ ਪਾਸਿਓਂ ਥੋੜ੍ਹਾ ਸਾਈਡ 'ਤੇ ਸੀਗਾ।
ਉੱਥੇ ਬੈਂਕ ਇਸ ਕਰਕੇ ਬਣਾਇਆ, ਜਿਹੜੇ ਪੂਰਬ ਦੇ ਸਿੱਖ ਸੀਗੇ, ਕਲਕੱਤੇ ਦੇ ਔਰ ਬੰਗਾਲ ਦੇ, ਅਸਾਮ ਦੇ, ਬਿਹਾਰ ਦੇ, ਉਹ ਅਮੀਰ ਬਹੁਤ ਸਨ, ਪਰ ਉਹ ਜੰਗ ਲੜਾਈ ਨਹੀਂ ਸੀ ਕਰ ਸਕਦੇ। ਉਹਨਾਂ ਦੀ ਮਹਾਰਾਜ ਨੇ ਇੰਨੀ ਡਿਊਟੀ ਲਾਈ ਸੀ ਵੀ ਤੁਸੀਂ ਇਹ ਸਾਡਾ ਜਿਹੜਾ ਆਰਥਿਕ ਤੌਰ 'ਤੇ ਸਿਸਟਮ ਹੈ ਉਹ ਹੀ ਸਾਂਭੀ ਰੱਖੋ, ਅਤੇ ਇੱਥੋਂ ਮਾਇਆ ਜਿੰਨੀ ਲੋੜ ਹੈ ਮੰਗਾ ਲਿਆ ਕਰਾਂਗੇ। ਪਹਿਲਾਂ ਉੱਧਰੋਂ ਪਟਨੇ ਸਾਹਿਬ ਤੋਂ ਹੀ ਮਾਇਆ ਸਾਰੀ ਜ਼ਿਆਦਾ ਆਈ ਹੈ, ਕਦੀ ਮਹਾਰਾਜ ਦੇ ਹੁਕਮਨਾਮੇ ਪੜ੍ਹ ਕੇ ਦੇਖੀਏ। ਔਰ ਜਦੋਂ ਜਮ੍ਹਾਂ ਕਰਨੀ ਉਹ ਵੀ ਪਟਨੇ ਸਾਹਿਬ ਹੀ ਹੁੰਦੀ ਸੀ ਜਾ ਕੇ। ਮਾਤਾ ਜੀ ਨੇ ਜਦੋਂ ਭਾਈ ਮਨੀ ਸਿੰਘ ਨੂੰ ਦਰਬਾਰ ਸਾਹਿਬ ਭੇਜਿਆ ਅੰਮ੍ਰਿਤਸਰ, ਤਿਸਨੇ ਆਏ ਬੰਦੋਬਸਤ ਕੀਆ, ਇਹ ਕਹਿ ਦਿੱਤਾ ਵੀ ਹੁਣ ਅੰਮ੍ਰਿਤਸਰ ਦਾ ਚੜਾਵਾ ਅੰਮ੍ਰਿਤਸਰ ਹੀ ਰੱਖਿਆ ਕਰੋ, ਦਿੱਲੀ ਭੇਜਣ ਦੀ ਵੀ ਲੋੜ ਨਹੀਂ ਤੇ ਪਟਨੇ ਭੇਜਣ ਦੀ ਵੀ ਲੋੜ ਨਹੀਂ। ਮਾਤਾ ਚੜਾਵਾ ਖਾਲਸੇ ਬਖਸ਼ਿਆ, ਮਾਤਾ ਨੇ ਸਾਰਾ ਚੜਾਵਾ ਸ੍ਰੀ ਹਰਿਮੰਦਰ ਸਾਹਿਬ ਦੀ ਆਮਦਨ ਦਾ ਖਰਚੇ ਦਾ ਜੁਮਾ ਹੀ ਭਾਈ ਮਨੀ ਸਿੰਘ ਨੂੰ ਦੇ ਦਿੱਤਾ। ਤੁਸੀਂ ਖਾਲਸੇ ਨੂੰ ਲੰਗਰ ਛਕਾਈ ਜਾਓ, ਜੋ ਆਮਦਨ ਹੈ ਉੱਥੇ ਹੀ ਖਰਚ ਕਰੀ ਜਾਓ, ਸਾਨੂੰ ਨਹੀਂ ਚਾਹੀਦੀ। ਹੁਣ ਆਗੇ ਚੜਾਵਾ ਪਟਨੇ ਜਾਵੈ, ਅੱਗੇ ਚੜਾਵਾ ਜਿਹੜਾ ਸੀ ਨਾ ਸਾਰਾ ਜਿੰਨਾ ਵੀ ਖਜ਼ਾਨਾ ਹੁੰਦਾ ਸੀ ਮਹਾਰਾਜ 10ਵੇਂ ਪਾਤਸ਼ਾਹ ਦੇ ਟਾਈਮ ਤੋਂ ਵੀ ਜਿਹੜੀ ਮਾਇਆ ਜਮ੍ਹਾਂ ਕਰਨੀ ਹੁੰਦੀ ਸੀ, ਕਿਉਂਕਿ ਕਈ ਵਾਰੀ ਮਾਇਆ ਜਮ੍ਹਾਂ ਇਸ ਕਰਕੇ ਹੁੰਦੀ ਵੀ ਕੋਈ ਅੱਗੇ ਸਮਾਂ ਬਿਪਤਾ ਦਾ ਆ ਜਾਵੇ ਤੇ ਮਾਇਆ ਦੀ ਲੋੜ ਪਵੇ। ਇੱਥੇ ਜੰਗਾਂ ਯੁੱਧਾਂ 'ਚ ਮਾਇਆ ਤੁਰਕ ਖੋਹ ਸਕਦੇ ਆ, ਲੁੱਟ ਸਕਦੇ ਆ, ਕਬਜ਼ਾ ਹੋ ਸਕਦਾ, ਥੋੜ੍ਹੀ ਸਾਈਡ ਦੇ ਉੱਤੇ ਮਾਇਆ ਰੱਖੀ ਜਾਂਦੀ ਸੀ। ਉਦੋਂ ਅੱਜ ਕੱਲ੍ਹ ਬੈਂਕ ਸਿਸਟਮ ਤਾਂ ਨਹੀਂ ਸੀਗੇ, ਜਮ੍ਹਾਂ ਹੋਰ ਤਰੀਕੇ ਨਾਲ ਕਰਨੀ ਪੈਂਦੀ ਸੀ। ਸਾਰੀ ਮਾਇਆ ਜਿਹੜੀ ਸੀ ਚੜਾਵਾ ਦਰਬਾਰ ਸਾਹਿਬ ਅੰਮ੍ਰਿਤਸਰ ਦਾ, ਦਿੱਲੀ ਦਾ, ਹੋਰ ਸੰਗਤਾਂ ਦਾ ਮਾਤਾ ਦਿੱਲੀ ਤੋਂ ਪਟਨੇ ਸਾਹਿਬ ਭੇਜਦੀ ਸੀ, ਉੱਥੇ ਰਹਿੰਦਾ ਸੀ ਪਹਿਲਾਂ। ਮਾਤਾ ਕਹਿਨੇ ਤੇ ਇਹਾਂ ਆਵੈ, ਹੁਣ ਜਦੋਂ ਮਾਤਾ ਕਹਿੰਦੀ ਸੀ ਪਟਨੇ ਤੋਂ ਇੰਨੀ ਮਾਇਆ ਮੰਗਾ ਲਓ, ਉਨੀ ਆ ਜਾਂਦੀ ਸੀ। ਉਦੋਂ ਵੀ ਸਿਸਟਮ ਚੈੱਕ ਵਾਲੇ ਸਨ, ਜਿਵੇਂ ਅੱਜ ਕੱਲ੍ਹ ਚੈੱਕ ਸਿਸਟਮ ਹੈ ਨਾ, ਬਈ ਇੱਥੋਂ ਚੈੱਕ ਪਿਲਾਓ, ਉੱਥੇ ਜਾ ਕੇ ਬੈਂਕ 'ਚ ਦਿਓ, ਉੱਥੋਂ ਲੈ ਲਓ। ਹੁਣ ਤਾਂ ਹੋਰ ਬੜੀ ਸਹੂਲਤਾਂ ਹੋ ਗਈਆਂ। ਪਹਿਲਾਂ ਹੁੰਡੀ ਹੁੰਦੀ ਸੀ, ਹੁੰਡੀ ਇੱਕ ਸ਼ਾਹੂਕਾਰ ਹੁੰਡੀ ਕਰ ਦਿੰਦਾ ਸੀ। ਮਾਨੋ ਦਿੱਲੀ ਤੋਂ ਪੈਸੇ ਕਿਸੇ ਸ਼ਾਹੂਕਾਰ ਨੂੰ ਫੜਾ ਦਿੱਤੇ, ਉਹਨੇ ਹੁੰਡੀ ਕਰਤੀ, ਪਟਨੇ ਦੇ ਸ਼ਾਹੂਕਾਰ ਨੂੰ ਜਾ ਕੇ ਦੇਣੀ ਹੁੰਡੀ, ਕਾਗਜ਼ ਦੇਣਾ, ਉਹਨੇ ਪੈਸੇ ਉਹਨੇ ਦੇ ਦੇਣੇ, ਇੱਦਾਂ ਦਾ ਕੰਮ ਚੱਲਦਾ ਸੀ। ਸੋ ਉਸ ਤਰੀਕੇ ਨਾਲ ਮਾਇਆ ਜਿਹੜੀ ਸੀ ਪਟਨੇ ਦੀ ਉੱਥੇ ਜਮ੍ਹਾਂ ਰਹਿੰਦੀ ਸੀ। ਜੇ ਮਾਤਾ ਨੂੰ ਲੋੜ ਪੈਂਦੀ ਸੀ ਉੱਥੋਂ ਹੁੰਡੀ ਮੰਗਾ ਲੈਂਦੀ ਸੀ, ਜੇ ਜਮ੍ਹਾਂ ਕਰਾਉਣੇ ਹੁੰਦੇ ਸੀ ਪਟਨੇ ਜਮ੍ਹਾਂ ਕਰਾ ਦਿੰਦੀ ਸੀ। ਹੁਣ ਮਾਤਾ ਨੇ ਕਿਹਾ ਵੀ ਅੰਮ੍ਰਿਤਸਰ ਹੀ ਖਜ਼ਾਨਾ ਰੱਖੋ, ਸਿੰਘ ਬਹੁਤ ਹੋ ਗਿਆ ਤੇ ਹੁਣ ਪਟਨੇ ਸਾਹਿਬ ਮਾਇਆ ਭੇਜਣ ਜੋਗੀ ਹੈ ਨਹੀਂ, ਇੱਥੇ ਹੀ ਲੰਗਰ ਚਲਾਓ ਤੇ ਵਰਤੋ। ਸਤਿਗੁਰ ਖੁਸ਼ੀ ਥੀ ਖਾਲਸੇ ਭਈ, ਮਹਾਰਾਜ ਦੀ ਗੁਰੂ ਕਲ ਖਾਲਸੇ ਦੇ ਬਹੁਤੀ ਖੁਸ਼ੀ ਹੋਈ ਸੀ। 10ਵੇਂ ਪਾਤਸ਼ਾਹ ਨੇ ਬਚਨ ਕੀਤੇ ਸੀ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੋ ਸਤਿਗੁਰ ਪੂਰਾ। ਇੱਥੋਂ ਤੱਕ ਮਹਾਰਾਜ ਨੇ ਕਹਿਤਾ ਵੀ ਖਾਲਸਾ ਮੇਰਾ ਸਤਿਗੁਰੂ ਹੈ। ਹਾਂਜੀ, ਸੋ ਮਾਤਾ ਸੁਣ ਸਿੰਘਣ ਦਈ, ਉਹ ਬਚਨ ਸੁਣ ਕੇ ਮਾਤਾ ਜੀ ਨੇ ਵਿਚਾਰ ਕੀਤੀ ਵੀ ਹੁਣ ਅਸੀਂ ਤਾਂ ਸੱਚਖੰਡ ਚਲੇ ਜਾਣਾ ਥੋੜ੍ਹੇ ਸਮੇਂ ਨੂੰ, ਕਿਉਂਕਿ ਅੱਗੇ ਸਾਹਿਬਜ਼ਾਦੇ ਤਾਂ ਸ਼ਹੀਦ ਹੀ ਹੋ ਚੁੱਕੇ ਸਨ ਚਾਰੇ। ਕਹਿੰਦੇ ਆ ਮਾਤਾ ਜੀ ਨੇ ਇੱਕ ਸੁਨਿਆਰਿਆਂ ਦਾ ਪੁੱਤਰ ਪਾਲਿਆ ਸੀਗਾ, ਉਹ ਬੜਾ ਸੁੰਦਰ ਸੀ ਤੇ ਉਹਦੀ ਸ਼ਕਲ ਬਾਬਾ ਅਜੀਤ ਸਿੰਘ ਨਾਲ ਰਲਦੀ ਸੀਗੀ। ਤੇ ਮਾਤਾ ਸੁੰਦਰੀ ਜੀ ਜਦੋਂ ਉਹਨੂੰ 4 ਸਾਲ ਦੇ ਨੂੰ ਗੋਦ ਲੈ ਕੇ ਪਾਲਣ ਲੱਗੇ ਤੇ 10ਵੇਂ ਪਾਤਸ਼ਾਹ ਕਹਿਣ ਲੱਗੇ, ਸੁੰਦਰੀ ਜੀ ਕਾਂ ਜਿਹੜੇ ਨੇ ਹੰਸਾਂ ਦੀ ਰੀਸ ਨਹੀਂ ਕਰ ਸਕਦੇ, ਇਹ ਤੈਨੂੰ ਦੁੱਖ ਦੇਵੇਗਾ। ਉਹੀ ਗੱਲ ਹੋਈ, ਉਹ ਬੱਚਾ ਜਿਹੜਾ ਮਾਤਾ ਜੀ ਦੇ ਕਹਿਣੇ ਤੋਂ ਬਾਹਰ ਹੋ ਗਿਆ ਸੀ, ਇਸ ਕਰਕੇ ਉਹ ਵੀ ਮਾਤਾ ਨੇ ਤਿਆਗ ਦਿੱਤਾ ਤੇ ਖਾਲਸੇ ਦਾ ਲਈ ਮਾਤਾ ਦੀ ਨਿਗਾਹ ਸੀਗੀ। ਸੋ ਮਾਤਾ ਕਹਿੰਦੀ ਹੁਣ ਮੈਂ ਤਾਂ ਬੁੱਢੀ ਹੋ ਗਈ ਹਾਂ, ਸੱਚਖੰਡ ਚਲੇ ਜਾਣਾ, ਜਿੰਨੀ ਮਾਇਆ ਆਮਦਨ ਹੈ ਇਹ ਖਾਲਸਾ ਹੀ ਸਾਂਭੇ, ਹੁਣ ਇਹ ਮੇਰਾ ਪੁੱਤਰ ਖਾਲਸਾ ਹੀ ਹੈ। ਸਤਿਗੁਰ ਕਹਿਓ ਤੋ ਹਮ ਸਿੰਘ ਪਿਆਰੇ, ਕਿਉਂਕਿ ਮਹਾਰਾਜ 10ਵੇਂ ਪਾਤਸ਼ਾਹ ਦਾ ਬਚਨ ਮਾਤਾ ਨੂੰ ਯਾਦ ਸੀ ਕਿ ਸਤਿਗੁਰੂ ਕਲਗੀਧਰ ਜੀ ਕਹਿੰਦੇ ਸਾਨੂੰ ਸਿੰਘ ਹੀ ਪਿਆਰੇ, ਸਿੰਘ ਹੀ ਸਾਡੇ ਪੁੱਤਰ ਹਨ। ਪੁੱਤਰ ਪੋਤਰੇ ਇਹੀ ਹਮਾਰੇ, ਮਹਾਰਾਜ 10ਵੇਂ ਪਾਤਸ਼ਾਹ ਹੀ ਕਹਿੰਦੇ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹੀ ਸਾਡੇ ਪੁੱਤਰ, ਇਹੀ ਸਾਡੇ ਪੋਤਰੇ, ਜਿੰਨਾ ਸਾਡਾ ਖਜ਼ਾਨਾ ਸਾਡਾ ਖਾਲਸਾ ਹੀ ਖਾਏਗਾ। श्री मुखवाक दान दियो इन्हीं को भलो, और आन को दान न लागत निको। ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਖਾਲਸੇ ਦੀ ਮਹਿਮਾ ਲਿਖਦਿਆਂ ਹੋਏ ਬਚਨ ਲਿਖੇ। ਸਵਈਆ ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ ਹਜੂਰ ਕਲਗੀਧਰ ਪਾਤਸ਼ਾਹ ਦੇ ਗ੍ਰੰਥ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਇਹ 716 ਅੰਗ ਦੇ ਉੱਤੇ ਸ਼ਬਦ ਹੈ ਕਿ ਦਾਨ ਦਿਓ ਇਨਹੀ ਕੋ ਭਲੋ,
ਇਹ ਖਾਲਸੇ ਨੂੰ ਦਿੱਤਾ ਦਾਨ ਹੀ ਭਲਾ ਹੈ। ਆਨ ਕੋ ਦਾਨ ਨਾ ਲਾਗਤ ਨੀ ਕੋ। ਹੋਰ ਜੇ ਕਿਸੇ ਨੂੰ ਕੱਚੇ ਪਿੱਲੇ ਨੂੰ, ਸ਼ਰਾਬੀ ਕਬਾਬੀ ਨੂੰ, ਉਹਨੂੰ ਆਪਾਂ ਦਾਨ ਦਿਆਂਗੇ, ਉਹ ਲੱਗੇਗਾ ਨਹੀਂ। ਦਾਨ ਉਹੀ ਲੱਗੇਗਾ ਜਿਹੜਾ ਗੁਰੂ ਕੇ ਖਾਲਸੇ ਨੂੰ ਲੰਗਰ ਪ੍ਰਸ਼ਾਦਾ ਛਕਾਵਾਂਗੇ। ਪੁਜਾਰਨ ਸਿਰ ਬੜੋ ਪੁਜਾਰੀ। ਸੋ ਭਾਈ ਸਾਹਿਬ ਭਾਈ ਮਨੀ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਸਾਰੇ ਗ੍ਰੰਥੀ ਪੁਜਾਰੀਆਂ ਚੋਂ ਵੱਡੇ ਸਨ। ਪੁਜਾਰਨ ਸਿਰ ਵੱਡੋ ਪੁਜਾਰੀ, ਵੱਡੇ ਗ੍ਰੰਥੀ ਸਨ ਸਾਰਿਆਂ ਚੋਂ ਦਰਬਾਰ ਸਾਹਿਬ ਜੀ ਦੇ। ਤੋ ਸਤਿਗੁਰ ਕਰ ਬੜ ਇਤਬਾਰੀ। ਗੁਰੂ ਘਰ 'ਚ ਸਭ ਤੋਂ ਜ਼ਿਆਦਾ ਇਤਬਾਰ ਭਰੋਸਾ ਭਾਈ ਮਨੀ ਸਿੰਘ ਤੇ ਕੀਤਾ ਜਾਂਦਾ ਸੀ। 10ਵੇਂ ਪਾਤਸ਼ਾਹ ਕੋਲ ਵੀ ਦੀਵਾਨ ਰਹੇ ਨੇ। ਜਦੋਂ ਸਾਧ ਸੰਗਤ ਜੀ ਪੌਂਟੇ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਠਹਿਰੇ, ਉਦੋਂ ਭਾਈ ਮਨੀ ਸਿੰਘ ਪੌਂਟਾ ਸਾਹਿਬ ਰਹੇ। ਬਹੁਤੀ ਬਾਣੀ ਉੱਥੇ 10ਵੇਂ ਪਾਤਸ਼ਾਹ ਨੇ ਉਚਾਰਨ ਕੀਤੀ ਤੇ ਭਾਈ ਮਨੀ ਸਿੰਘ ਜੀ ਲਿਖਿਆ ਕਰਦੇ। ਜਾਪ ਸਾਹਿਬ ਮਹਾਰਾਜ ਨੇ ਉਚਾਰਿਆ ਤਾਂ ਭਾਈ ਮਨੀ ਸਿੰਘ ਨੇ ਲਿਖਿਆ। ਅਕਾਲ ਉਸਤਤ ਮਹਾਰਾਜ ਨੇ ਉਚਾਰਿਆ ਤੇ ਭਾਈ ਮਨੀ ਸਿੰਘ ਨੇ ਲਿਖਿਆ। ਜਿੰਨੀ ਬਾਣੀ ਮਹਾਰਾਜ ਆਪ ਉਚਾਰਦੇ ਸੀ ਉਹ ਮਨੀ ਸਿੰਘ ਤੋਂ ਲਿਖਾਉਂਦੇ ਸੀ। ਉਹਦੇ ਤੇ ਪੂਰਾ ਵਿਸ਼ਵਾਸ ਭਰੋਸਾ ਰੱਖਦੇ ਸੀ। ਦੀਵਾਨ ਬਣਾਇਆ ਹੋਇਆ ਸੀ ਆਪਣਾ। ਜਿਵੇਂ ਦਰਬਾਰਾ ਸਿੰਘ ਦੀਵਾਨ ਹੋਇਆ, ਇਸੇ ਤਰ੍ਹਾਂ ਮਨੀ ਸਿੰਘ ਵੀ ਦੀਵਾਨ ਰਹੇ 10ਵੇਂ ਪਾਤਸ਼ਾਹ। ਜਦੋਂ ਮਹਾਰਾਜ ਨੂੰ ਬਾਬਾ ਰਾਮ ਰਾਏ ਜੀ ਦੇ ਮਰਨ ਦੀ ਖਬਰ ਮਿਲੀ, ਬਾਬਾ ਰਾਮ ਰਾਏ ਜੀ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਭਤੀਜੇ ਲੱਗਦੇ ਸਨ, ਕਿਉਂਕਿ ਉਹ ਗੁਰੂ ਹਰਿਰਾਏ ਸਾਹਿਬ ਦੇ ਪੁੱਤਰ ਸਨ ਤੇ ਬਾਬਾ ਗੁਰਦਿੱਤਾ ਜੀ ਦੇ ਪੋਤਰੇ ਸਨ ਤੇ ਗੁਰੂ ਗੋਬਿੰਦ ਸਿੰਘ ਬਾਬਾ ਗੁਰਦਿੱਤਾ ਜੀ ਦੇ ਭਤੀਜੇ ਸਨ। ਇਸ ਨਾਤੇ ਚਾਚੇ ਲੱਗੇ ਨਾ। ਤਾਂ ਬਾਬਾ ਰਾਮ ਰਾਏ ਜੀ ਨੇ 10ਵੇਂ ਪਾਤਸ਼ਾਹ ਕੋਲੋਂ ਪੌਂਟੇ ਸਾਹਿਬ ਆ ਕੇ ਬੇੜੀ 'ਚ ਮੁਲਾਕਾਤ ਕੀਤੀ ਸੀ ਤੇ ਆਪਣੀ ਭੁੱਲ ਦੀ ਮਾਫੀ ਮੰਗ ਲਈ ਸੀ। ਮਹਾਰਾਜ 10ਵੇਂ ਪਾਤਸ਼ਾਹ ਬੜੇ ਖੁਸ਼ ਪ੍ਰਸੰਨ ਹੋ ਕੇ ਕਿਹਾ ਸੀ, ਰਾਮ ਰਾਏ ਜੀ ਤੁਸੀਂ ਤਾਂ ਬਖਸ਼ੇ ਗਏ ਪਰ ਤੁਹਾਡੀ ਸੰਗਤ ਨਹੀਂ ਬਖਸ਼ੀ ਜਾਣੀ। ਕਿਉਂਕਿ ਉਹ ਰਾਮ ਰਾਈਏ ਈਰਖਾ ਰੱਖਦੇ, ਨਦੀ ਦੇ ਕੰਢੇ 'ਤੇ ਖੜੇ ਖੜੇ 10ਵੇਂ ਪਾਤਸ਼ਾਹ ਦੀ ਨਿੰਦਾ ਕਰ ਰਹੇ ਸਨ। ਗੱਲਾਂ ਕਰ ਰਹੇ ਸਨ ਵੀ ਇਹ ਗੁਰੂ ਛੋਟੀ ਜਿਹੀ ਉਮਰ ਦਾ ਹੈ, ਸਾਡਾ ਬਾਬਾ ਰਾਮ ਰਾਏ ਵੱਡਾ। ਰਾਮ ਰਾਏ 10ਵੇਂ ਪਾਤਸ਼ਾਹ ਦਾ ਭਤੀਜਾ ਸੀ ਪਰ ਉਮਰ 'ਚ 20 ਸਾਲ ਵੱਡਾ ਸੀਗਾ, ਫਰਕ ਸੀਗਾ ਉਮਰ ਦਾ। ਤੇ ਉਹ ਮਹਾਰਾਜ ਦੀ ਉਮਰ ਉਸ ਵੇਲੇ 17-18 ਸਾਲ ਦੀ ਸੀ ਜਦੋਂ ਪੌਂਟੇ ਸਾਹਿਬ ਮਹਾਰਾਜ ਉਹਨੂੰ ਮਿਲੇ ਰਾਮ ਰਾਏ ਨੂੰ। ਤੋ ਰਾਮ ਰਾਏ ਦੇ ਚੇਲਿਆਂ ਨੇ ਕੁਝ ਉੱਥੇ ਨਦੀ ਦੇ ਖੜੇ ਖੜੇ ਤਰਕ ਕੀਤੀ ਸੀ ਤੇ ਮਹਾਰਾਜ ਦਾ ਜਾਣੀ ਜਾਣ ਬੇੜੀ 'ਚ ਬੈਠੇ ਬੈਠੇ ਰਾਮ ਰਾਏ ਨੂੰ ਕਹਿੰਦੇ ਤੇਰੀ ਸੰਗਤ ਖੋਟੀ ਹੈ। ਤੇ ਬਾਬਾ ਰਾਮ ਰਾਏ ਨੂੰ ਥੋੜ੍ਹੇ ਦਿਨਾਂ ਬਾਅਦ ਉਹਨਾਂ ਨੇ ਮਸੰਦਾਂ ਨੇ ਜਿਉਂਦੇ ਸਾੜ ਦਿੱਤਾ। ਕਿਵੇਂ ਸਾੜਿਆ ਕਿ ਬਾਬਾ ਰਾਮ ਰਾਏ ਜੀ ਆਤਮਿਕ ਸ਼ਕਤੀ ਦੇ ਨਾਲ ਆਪਣੇ ਕਿਸੇ ਸਿੱਖ ਦਾ ਡੁੱਬਦਾ ਜਹਾਜ਼ ਬੰਨੇ ਲਾਉਣ ਲਈ ਕਿਤੇ ਹੋਰ ਕਿਸੇ ਦੇਸ਼ ਵਿੱਚ ਆਪਣਾ ਸਰੀਰ ਇੱਥੇ ਛੱਡ ਕੇ ਚਲੇ ਗਏ। ਇੱਕ ਸਿੱਧੀ ਹੁੰਦੀ ਹੈ ਵੀ ਸਰੀਰ ਛੱਡ ਕੇ ਆਤਮਿਕ ਤੌਰ 'ਤੇ ਦੂਰ ਚਲੇ ਜਾਣਾ, ਦੂਰ ਗਮਨ ਕਰ ਲੈਣਾ। ਸਰੀਰ ਲੈ ਕੇ ਵੀ ਜਾ ਸਕਦੇ ਆ, ਸਰੀਰ ਛੱਡ ਕੇ ਵੀ ਜਾ ਸਕਦੇ। ਬਾਬਾ ਰਾਮ ਰਾਏ ਜੀ ਦੇ 4 ਵਿਆਹ ਸਨ, 4 ਸ਼ਾਦੀਆਂ ਸਨ, ਬੱਚਾ ਕੋਈ ਨਹੀਂ ਸੀਗਾ। ਉਹਨਾਂ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਬਚਨ ਹੀ ਹੋਇਆ ਸੀ। ਜਦੋਂ ਉਹਨਾਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਕਿਹਾ ਸੀ ਨਾ ਵੀ ਇਹ ਚੇਚਕ ਦੇ ਖਾਜੇ ਬਣਨਗੇ ਸੀਤਲਾ ਦੇ ਮਾਤਾ ਦੇ, ਤੇ ਸੰਗਤ ਨੇ ਆਖਿਆ ਸੀ ਸਤਿਗੁਰੂ ਜੀ ਤੁਸੀਂ ਵੀ ਕੋਈ ਬਚਨ ਕਰੋ। ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ ਸਾਡਾ ਵੱਡਾ ਭਾਈ ਹੈ, ਜੋ ਉਹਨੇ ਕਹਿਤਾ ਅਸੀਂ ਪ੍ਰਵਾਨ ਕਰਨਾ, ਕਿਉਂਕਿ ਉਹਨੂੰ ਗੁਰੂ ਹਰਿਰਾਏ ਸਾਹਿਬ ਦਾ ਬਚਨ ਹੈ ਵੀ ਜੋ ਤੂੰ ਬੋਲੇਗਾ ਉਹ ਪੂਰਾ ਹੋਏਗਾ। ਅਸੀਂ ਆਪਣੇ ਭਾਈ ਦਾ ਬਚਨ ਨਹੀਂ ਬਦਲਣਾ, ਜੋ ਉਹਨੇ ਕਹਿਤਾ ਠੀਕ ਹੈ ਅਸੀਂ ਤਾਂ ਸਰੀਰ ਛੱਡਾਂਗੇ। ਸੀਤਲਾ ਨਾਲ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਸਰੀਰ ਛੱਡਿਆ ਦਿੱਲੀ ਦੇ ਵਿੱਚ। ਪਰ ਸੰਗਤ ਨੇ ਇਹ ਕਿਹਾ ਮਹਾਰਾਜ ਤੁਸੀਂ ਕੋਈ ਬਚਨ ਕਰੋ, ਨਹੀਂ ਤਾਂ ਲੋਕ ਕਹਿਣਗੇ ਵੀ ਗੁਰੂ ਨਾਨਕ ਦੀ ਗੱਦੀ 'ਚ ਸ਼ਕਤੀ ਕੋਈ ਨਹੀਂ, ਰਾਮ ਰਾਏ 'ਚ ਜ਼ਿਆਦਾ ਹੈ। ਤੇ ਸਤਿਗੁਰਾਂ ਸੁਭਾਵਕ ਹੀ ਬਚਨ ਕੀਤਾ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ ਇੱਕ ਤਾਂ ਔਲਾਦ ਕੋਈ ਨਹੀਂ ਹੋਣੀ, ਬੇਔਲਾਦੇ ਜਾਣਗੇ ਸਾਡੇ ਵੱਡੇ ਭਾਈ ਸਾਹਿਬ, ਦੂਜੇ ਜਿਉਂਦੇ ਸੜਨਗੇ। ਇਹ ਬਚਨ ਹੋਇਆ ਸੀ ਵੀ ਈਰਖਾ ਦੇ ਛੱਡਦੇ ਰਹਿੰਦੇ ਆ, ਇਹ ਜਿਉਂਦੇ ਹੀ ਸੜਨਗੇ। ਉਹੀ ਬਚਨ ਹੋਇਆ ਬਾਬਾ ਰਾਮ ਰਾਏ ਜੀ ਜਦੋਂ ਆਪਣੇ ਸੇਵਕ ਦੀ ਸਹਾਇਤਾ ਕਰਨ ਚਲੇ ਗਏ। ਉਹ ਮਕਾਨ ਅਜੇ ਵੀ ਮੌਜੂਦ ਹੈ ਜਿਹਦੇ 'ਚ ਬਾਬਾ ਜੀ ਲੰਮੇ ਪਏ ਸੀ, ਉਹਨਾਂ ਦਾ ਸਰੀਰ ਸੀਗਾ। ਮੈਂ ਦਾਸ ਨੇ ਦਰਸ਼ਨ ਕੀਤੇ, ਉੱਥੇ ਦੇਹਰਾਦੂਨ ਡੇਰਾ ਬਣਿਆ ਹੋਇਆ ਉਹਨਾਂ ਦਾ। ਬਾਬਾ ਰਾਮ ਰਾਏ ਜੀ ਸਿੱਖ ਦੀ ਸਹਾਇਤਾ ਕਰਨ ਚਲੇ ਗਏ ਤੇ ਪੰਜਾਬ ਕੌਰ ਆਪਣੀ ਵੱਡੀ ਘਰ ਵਾਲੀ ਨੂੰ ਬੂਹੇ ਅੱਗੇ ਬਹਾ ਗਏ ਵੀ ਤੂੰ ਮੇਰੇ ਸਰੀਰ ਨੂੰ ਕਿਸੇ ਨੂੰ ਹੱਥ ਨਾ ਲਾਣ ਦੇਈਂ, ਕਿਸੇ ਨੂੰ ਅੰਦਰ ਨਾ ਆਣ ਦੇਈਂ। ਦਿਨ ਲੰਘ ਗਿਆ, ਰਾਤ ਲੰਘ ਗਈ, 24 ਘੰਟੇ ਬਾਅਦ ਮਸੰਦਾਂ ਨੇ ਰੌਲਾ ਪਾ ਲਿਆ ਬਾਬਾ ਜੀ ਤੇ ਚੜ੍ਹਾਈ ਕਰਕੇ ਮਾਈ ਤੂੰ ਸੰਸਕਾਰ ਕਿਉਂ ਨਹੀਂ ਕਰਨ ਦਿੰਦੀ। ਉਹ ਕਹਿੰਦੀ ਬਾਬਾ ਜੀ ਚੜ੍ਹਾਈ ਨਹੀਂ ਕੀਤੀ, ਬਾਬਾ ਜੀ ਵਾਪਸ ਆਉਣਗੇ। ਇਹਨਾਂ ਨੇ ਧੱਕੇ ਨਾਲ ਮਾਈ ਨੂੰ ਪਰੇ ਕੀਤਾ ਤੇ ਅੰਦਰੋਂ ਬਾਬੇ ਦਾ ਸਰੀਰ ਕੱਢਿਆ, ਲੱਕੜਾਂ ਚਿਣੀਆਂ ਅੱਗ ਲਾ ਦਿੱਤੀ, ਸੰਸਕਾਰ ਕਰ ਦਿੱਤਾ।
ਜਦੋਂ ਅੱਗ ਲਾ ਦਿੱਤੀ ਤੇ ਬਾਬਾ ਰਾਮ ਰਾਏ ਜੀ ਦੀ ਆਤਮਾ ਆਕਾਸ਼ ਮੰਡਲ ਤੋਂ ਜਦੋਂ ਆਈ ਤੇ ਮਾਤਾ ਪੰਜਾਬ ਕੌਰ ਨੂੰ ਦਰਸ਼ਨ ਦਿੱਤੇ, ਆਪਣੀ ਘਰਵਾਲੀ ਨੂੰ, ਕਹਿਣ ਲੱਗੇ ਹੁਣ ਜੋ ਭਾਣਾ ਵਰਤ ਗਿਆ, ਸਰੀਰ ਤਾਂ ਮੇਰਾ ਅੱਧੇ ਨਾਲੋਂ ਜ਼ਿਆਦਾ ਸੜ ਚੁੱਕਾ, ਹੁਣ ਮੈਂ ਇਹਦੇ 'ਚ ਆਉਣਾ ਨਹੀਂ, ਪਰ ਤੂੰ ਮੇਰਾ ਬਦਲਾ ਜ਼ਰੂਰ ਲਵੀਂ। 10ਵੇਂ ਪਾਤਸ਼ਾਹ ਮਹਾਰਾਜ ਮੇਰੇ ਚਾਚਾ ਜੀ ਪੌਂਡੇ ਸਾਹਿਬ ਬੈਠੇ, ਉਹਨਾਂ ਨੂੰ ਖਬਰ ਕਰ ਦੇਵੀਂ। ਭਾਈ ਸਾਹਿਬ ਭਾਈ ਮਨੀ ਸਿੰਘ ਤੇ 10ਵੇਂ ਪਾਤਸ਼ਾਹ ਕਲਗੀਧਰ ਜੀ ਕੋਲ ਇਹ ਜਦੋਂ ਗੱਲ ਆਈ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜਾਬ ਕੌਰ ਨੂੰ ਆਖਿਆ ਵੀ ਤੂੰ ਇੰਝ ਕਰ, ਹੁਕਮਨਾਮਾ ਜਾਰੀ ਕਰ ਦੇ ਆਪਣੇ ਡੇਰੇ ਵੱਲੋਂ ਵੀ ਅਸੀਂ ਬਾਬਾ ਰਾਮ ਰਾਏ ਜੀ ਦੇ ਭੋਗ 'ਤੇ ਸਾਰਿਆਂ ਮਸੰਦਾਂ ਨੂੰ ਸਰੋਪੇ ਦੇਣੇ ਆ, ਤੇ ਜਿਹੜਾ ਆਵੇ ਵੱਧ ਚੜ੍ਹ ਕੇ ਆਵੇਗਾ ਉਹਨੂੰ ਸੋਨੇ ਦੇ ਕੜੇ ਪਾਵਾਂਗੇ ਤੇ ਕੈਂਠੇ ਪਾਵਾਂਗੇ, ਸਾਰਿਆਂ ਮਸੰਦਾਂ ਦਾ ਸਤਿਕਾਰ ਕਰਾਂਗੇ। ਉਹ ਮਾਈ ਪੰਜਾਬ ਕੌਰ ਨੇ ਹੁਕਮਨਾਮੇ ਜਾਰੀ ਕਰ ਦਿੱਤੇ। ਜਿੰਨੇ ਮਸੰਦ ਸੀਗੇ ਨਾ ਰਾਮ ਰਾਈਆਂ ਦੇ, ਉਹ ਬੜੇ ਚੌੜੇ ਹੋ ਕੇ ਆਏ ਵੀ ਐਤਕੀ ਸੋਨੇ ਦੇ ਕੈਂਠੇ ਪੈਣੇ ਆ, ਕੜੇ ਪੈਣੇ ਆ। ਇੱਧਰੋਂ ਨਹੀਂ ਦੱਸਿਆ ਵੀ 10ਵੇਂ ਪਾਤਸ਼ਾਹ ਵੀ ਆ ਰਹੇ। ਐਨ ਭੋਗ ਤੋਂ ਇੱਕ ਰਾਤ ਪਹਿਲਾਂ ਮਹਾਰਾਜ ਪਹੁੰਚ ਗਏ ਦੇਹਰਾਦੂਨ, ਉੱਥੋਂ 50 ਕਿਲੋਮੀਟਰ ਹੀ ਹੈ ਪੌਂਡੇ ਸਾਹਿਬ ਤੋਂ। ਉੱਥੇ ਜਾ ਕੇ ਪਾਤਸ਼ਾਹ ਨੇ ਵਿਉਂਤਬੰਦੀ ਕਰ ਦਿੱਤੀ, ਸਿੰਘਾਂ ਦੀ ਫੌਜ ਲਾ ਦਿੱਤੀ। ਤੇ ਅੱਜ ਵੀ ਉੱਥੇ ਉਹ ਟੈਲੀਫੋਨ ਹੈਗਾ ਜਿਹੜਾ ਉਦੋਂ ਵਰਤਿਆ ਗਿਆ। ਅੱਜ ਕੱਲ੍ਹ ਦਾ ਟੈਲੀਫੋਨ ਹੁਣ ਚੱਲੇ ਆ ਨਾ, ਅੱਜ ਤੋਂ 300 ਸਾਲ ਪਹਿਲਾਂ ਮਹਾਰਾਜ ਨੇ ਉੱਥੇ ਵਰਤਿਆ। ਇੱਕ ਉੱਥੇ ਇੱਦਾਂ ਦੀ ਸਲੀਬ ਬਣੀ ਹੋਈ ਆ, ਉਹਦੇ ਵਿੱਚ ਪੈਪ ਹੈ, ਉਹ ਪੈਪ ਦੇ ਵਿੱਚ ਇੱਧਰੋਂ ਬੋਲੀਏ ਤੇ ਦੂਜੇ ਪਾਸੇ ਆਵਾਜ਼ ਜਾਂਦੀ ਹੈ, ਤੇ ਉੱਥੋਂ ਸੁਣ ਕੇ ਬਾਹਰ ਉਹ ਸਿੰਘ ਬੈਠਾ ਸੀਗਾ, ਉੱਥੋਂ ਮਹਾਰਾਜ ਬੋਲ ਦਿੰਦੇ ਸੀ, ਸਿੰਘ ਨੂੰ ਕਹਿ ਦਿੰਦੇ ਸੀ ਵੀ ਬੋਲਦੇ 2 ਬੰਦਿਆਂ ਨੂੰ ਭੇਜਦੇ, ਫਲਾਣੇ ਫਲਾਣੇ ਮਸੰਦ ਆ ਜਾਓ ਭਾਈ ਅੰਦਰ ਸਰੋਪਾ ਲੈਣ। ਬੜੀ ਵੱਡੀ ਦੀਵਾਰ ਹੈ ਜੇਲ੍ਹ ਵਰਗੀ, ਉਹ ਬਾਹਰ ਬੈਠੇ ਸੀ, ਉਹ ਅੰਦਰ 2 ਬੰਦੇ ਵੜਦੇ ਸੀ, ਅੰਦਰ ਮਹਾਰਾਜ ਦੇ ਸਿੰਘ ਬੈਠੇ ਹੁੰਦੇ ਸੀ। ਤੇਲ ਦਾ ਵੱਡਾ ਸਾਰਾ ਕੜਾਇਆ ਗਰਮ ਕੀਤਾ ਹੋਇਆ ਸੀ, ਜਿਹੜਾ ਆਉਂਦੇ ਮੂੰਹ ਬੰਨ੍ਹ ਕੇ ਵਿੱਚ ਸੁੱਟ ਦਿੰਦੇ ਸੀ, ਤਲ ਕੇ ਬਾਹਰ ਸੁੱਟ ਦਿੰਦੇ ਸੀ। ਇੱਦਾਂ ਮਹਾਰਾਜ ਨੇ ਰਾਮ ਰਾਈਏ ਮਸੰਦਾਂ ਨੂੰ ਸਰੋਪੇ ਦਿੱਤੇ, ਸਾੜ ਕੇ ਖਤਮ ਕਰ ਦਿੱਤਾ। ਤੇ ਜਦੋਂ ਮਸੰਦ ਸਾਰੇ ਸਾੜ ਦਿੱਤੇ, ਉੱਥੇ ਦੇਹਰਾਦੂਨ ਮਹਾਰਾਜ 10ਵੇਂ ਪਾਤਸ਼ਾਹ ਕਲਗੀਧਰ ਜੀ ਸਾਹਿਬ ਮਸੰਦਾਂ ਨੂੰ ਸੋਧਾ ਲਾ ਕੇ, ਜਿਹੜੇ ਚੰਗੇ ਸੀ ਉਹਨਾਂ ਨੂੰ ਬਖਸ਼ ਦਿੱਤਾ, ਪਰ ਜਿਹੜੇ ਕਰਪਟ ਸੀਗੇ ਉਹਨਾਂ ਨੂੰ ਸੋਧਾ ਲਾ ਦਿੱਤਾ। ਤੇ ਉਸ ਤੋਂ ਬਾਅਦ ਸਤਿਗੁਰੂ 10ਵੇਂ ਪਾਤਸ਼ਾਹ ਜੀ ਵਾਪਸ ਆ ਗਏ। ਅਗਲੇ ਸਾਲ ਬਰਸੀ ਆਈ ਰਾਮ ਰਾਏ ਦੀ ਸਾਲਾਨਾ। ਜਦੋਂ ਸਾਲਾਨਾ ਬਰਸੀ ਆਈ ਤੇ ਮਹਾਰਾਜ 10ਵੇਂ ਪਾਤਸ਼ਾਹ ਆਪ ਨਹੀਂ ਜਾ ਸਕੇ ਰਾਮ ਰਾਏ ਦੀ ਬਰਸੀ ਤੇ, ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਨੂੰ ਭੇਜ ਦਿੱਤਾ। ਭਾਈ ਮਨੀ ਸਿੰਘ ਜੀ ਉੱਥੇ ਗਏ, ਕਿਉਂਕਿ ਉਹ ਪਰਿਵਾਰ ਜੋ ਇੱਕੋ ਸੀ ਗੁਰੂ ਦਾ ਸੀਗਾ। ਤੇ ਰਾਮ ਰਾਏ ਦੀ ਬਰਸੀ ਤੇ ਕੀਰਤਨ ਹੋਇਆ, ਕਥਾ ਹੋਈ। ਉਹਦੇ ਤੋਂ ਬਾਅਦ ਕੀ ਹੋਇਆ ਵੀ ਇੱਕ ਰਾਮ ਰਾਈਆ ਮਸੰਦ ਉੱਠਿਆ ਤੇ ਉਹ 10ਵੇਂ ਪਾਤਸ਼ਾਹ ਦੇ ਖਿਲਾਫ ਬੋਲਣ ਲੱਗ ਪਿਆ। ਉਹਨੇ ਮਹਾਰਾਜ ਦੇ ਖਿਲਾਫ, ਕਲਗੀਧਰ ਦੀ ਸ਼ਾਨ ਦੇ ਖਿਲਾਫ ਬੜੇ ਕੋਝੇ ਜਿਹੇ ਭੈੜੇ ਜਿਹੇ ਸ਼ਬਦ ਜਦੋਂ ਬੋਲੇ ਨਾ, ਭਾਈ ਮਨੀ ਸਿੰਘ ਬੈਂਚ ਤੇ ਬੈਠੇ ਬੈਠੇ ਉਹਨੂੰ ਚੁੱਕ ਲਿਆ, ਉਹਨੂੰ ਇੱਦਾਂ ਚੁੱਕ ਕੇ ਉੱਪਰ, ਤੇ ਉਹਦੀ ਰੀੜ੍ਹ ਦੀ ਹੱਡੀ 'ਚ ਗੋਡਾ ਮਾਰਿਆ, ਉਹਦੀ ਰੀੜ੍ਹ ਦੀ ਹੱਡੀ ਤੋੜ ਕੇ ਤੇ ਉਹਨੂੰ ਸੁੱਟ ਦਿੱਤਾ। ਕਹਿੰਦੇ ਜਾ ਹੁਣ ਤੂੰ ਖਤਮ ਹੀ ਕਰ ਦਿੱਤਾ। ਇੰਨੇ ਬਲੀ ਵੀ ਸਨ ਭਾਈ ਮਨੀ ਸਿੰਘ। ਸੋ ਕਹਿੰਦੇ ਗੁਰੂ ਨਾਲ ਬਹੁਤ ਪਿਆਰ ਸੀ। ਇੱਥੇ ਲਿਖਿਆ ਪੁਜਾਰਨ ਸਿਰ ਵੱਡੋ ਵਿਚਾਰੀ, ਹੋਰ ਸਤਿਗੁਰ ਘਰ ਵੱਡ ਇਤਬਾਰੀ। ਗੁਰੂ ਘਰ ਨਾਲ ਬਹੁਤ ਪ੍ਰੇਮ ਸੀਗਾ। ਦੇਖੋ ਨਾ, ਜੇ ਗੁਰੂ ਦੀ ਨਿੰਦਾ ਸੁਣੀ ਤੇ ਉੱਥੇ ਹੀ ਉਹਨੂੰ ਝਟਕਾਤਾ, ਖਤਮ ਹੀ ਕਰਤਾ, ਗੋਡਾ ਮਾਰ ਕੇ ਉਹਦੀ ਰੀੜ੍ਹ ਦੀ ਹੱਡੀ ਭੰਨ ਦਿੱਤੀ, ਮਾਰ ਹੀ ਦਿੱਤਾ ਉਸ ਦੁਸ਼ਟ ਨੂੰ, ਮਸੰਦ ਨੂੰ। ਅਕਾਲ ਬੂੰਗੇ ਕੇ ਤਲ ਸੋ ਬੈਠੇ। ਇਸ ਤਰ੍ਹਾਂ ਦੇ ਭਾਈ ਮਨੀ ਸਿੰਘ ਸਹੀ ਸ੍ਰੀ ਅਕਾਲ ਤਖਤ ਸਾਹਿਬ। ਹੁਣ ਜਦੋਂ ਮਹਾਰਾਜ 10ਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ ਤੇ ਮਾਤਾ ਸੁੰਦਰੀ ਜੀ ਨੇ ਹਰਿਮੰਦਰ ਸਾਹਿਬ ਦੀ ਜ਼ਿੰਮੇਵਾਰੀ ਅੰਮ੍ਰਿਤਸਰ ਦੀ ਦਿੱਤੀ ਉਹਨਾਂ ਨੂੰ, ਉਹ ਅਕਾਲ ਬੁੰਗੇ ਬੈਠ ਕੇ ਉੱਥੇ ਸਿੱਖੀ ਦਾ ਪ੍ਰਚਾਰ ਕਰਿਆ ਕਰਦੇ ਸੀ। ਖਤਾਦਾਰ ਕੇ ਕੰਨ ਸੋ ਐਠੇ। ਜੇ ਕੋਈ ਗਲਤੀ ਕਰਦਾ ਸੀ, ਖਤਾ ਕਰਦਾ, ਤੇ ਕੰਨ ਖਿੱਚ ਦਿੰਦੇ ਸੀ ਚੰਗੇ। 5 ਪਿਆਰਿਆਂ ਵਿੱਚ ਉਹਨਾਂ ਦੀ ਰਾਏ ਲਈ ਜਾਂਦੀ ਸੀ। ਅਕਾਲ ਤਖਤ ਦੇ ਜਥੇਦਾਰ ਬਾਬਾ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਇਹ ਸਾਰੇ ਸਿਆਣੇ ਸਿੰਘ ਮੁਖੀ ਜੋ ਕਹਿੰਦੇ ਸੀ ਪੰਥ ਮੰਨਦਾ ਸੀ। ਦੋਹਰਾ ਮਣੀ ਸਿੰਘ ਕਿਛ ਦਿਲ ਆਈ, ਬੀੜ ਗੰਤ ਤਈ ਹਲਾਏ। ਭਾਈ ਮਨੀ ਸਿੰਘ ਦੇ ਮਨ 'ਚ ਇੱਕ ਫੁਰਨਾ ਆਇਆ। ਉਹ ਫੁਰਨਾ ਤਾਂ ਭਲੇ ਵਾਸਤੇ ਆਇਆ, ਪਰ ਕਈ ਵਾਰੀ ਨਾ ਭਲੇ ਦੀ ਗੱਲ ਵੀ ਪੁੱਠੀ ਪੈ ਜਾ ਕਰਦੀ ਹੈ। ਕੁਦਰਤ ਹੁੰਦੀ ਕਰਾਂਦੀ ਹੈ ਪਰਮੇਸ਼ਰ ਦੀ। ਭਾਈ ਮਨੀ ਸਿੰਘ ਦੇ ਮਨ 'ਚ ਇਹ ਫੁਰਨਾ ਆਇਆ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀਆਂ ਜਿਹੜੀਆਂ ਨੇ ਉਹ ਸੌਖੇ ਤਰੀਕੇ ਨਾਲ ਲੋਕਾਂ ਨੂੰ ਪੜ੍ਹਨ ਵਾਸਤੇ ਪੋਥੀਆਂ ਬਣਾ ਦਈਏ। ਭਾਈ ਮਨੀ ਸਿੰਘ ਨੇ ਪੋਥੀਆਂ ਬਣਾਤੀਆਂ। ਕਿਹੜੀਆਂ? 5 ਗ੍ਰੰਥੀ, ਜਿਹਦੇ 'ਚ ਜਪਜੀ ਸਾਹਿਬ, ਸ਼ਬਦ ਹਜ਼ਾਰੇ,
ਰਹਿ ਰਾਸ ਕੀਰਤਨ ਸੋਹਲਾ ਆਨੰਦ ਸਾਹਿਬ ਦੱਖਣੀ ਓਂਕਾਰ ਸਿੱਧ ਗੋਸ਼ਟ 52 ਅੱਖਰੀ ਸੁਖਮਨੀ ਸਾਹਿਬ ਦੇ ਆਸਾ ਦੀ ਵਾਰ, ਇਹ ਬਾਣੀ ਹੈ। ਇਹਨੂੰ ਪੰਜ ਗ੍ਰੰਥੀ ਕਹਿੰਦੇ। ਤੇ ਇੱਕ ਉਹਨਾਂ ਨੇ ਫਿਰ 22 ਵਾਰਾਂ ਦੀ ਪੋਥੀ ਬਣਾਤੀ, ਜਿਹੜੀਆਂ ਗੁਰੂ ਗ੍ਰੰਥ ਸਾਹਿਬ ਸ੍ਰੀ ਰਾਗ ਤੋਂ ਲੈ ਕੇ ਕਾਨੜੇ ਦੀ ਵਾਰ ਤੱਕ ਵਾਰਾਂ ਨੇ 22, ਉਹ ਸਾਰੀਆਂ ਦੀ ਪੋਥੀ ਇਕੱਠੀ ਕਰਤੀ ਵੀ ਜੇ ਪਾਠੀ ਬੱਚੇ ਵਿਦਿਆਰਥੀ ਪੜ੍ਹਨਗੇ, ਪਹਿਲਾਂ ਇੱਕ ਤਰ੍ਹਾਂ ਦੀ ਬਾਣੀ ਪੜ੍ਹਨਗੇ ਉਹਦਾ ਮੁਹਾਵਰਾ ਚੱਲ ਜਾਏਗਾ, ਫਿਰ ਦੂਜੀ ਤਰ੍ਹਾਂ ਦੀ, ਤੀਸਰੀ ਉਹਨਾਂ ਨੇ ਭਗਤਾਂ ਦੀ ਬਾਣੀ ਬਣਾ ਦਿੱਤੀ। ਭਗਤਾਂ ਦੀ ਬਾਣੀ ਪੰਜ ਗ੍ਰੰਥੀ 22 ਵਾਰਾਂ, ਇਹ ਪੋਥੀਆਂ ਹੁਣ ਆਪਾਂ ਬਾਜ਼ਾਰ 'ਚੋਂ ਮਿਲਦੀਆਂ, ਸਿੰਘ ਪੜ੍ਹਦੇ ਆ, ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾਂਦੀਆਂ ਟਕਸਾਲਾਂ 'ਚ। ਇਹ ਭਾਈ ਮਨੀ ਸਿੰਘ ਨੇ ਪਰਉਪਕਾਰ ਲਈ ਕੀਤਾ। ਉਹਨਾਂ ਨੇ ਫਿਰ ਇੱਕ ਬੀੜ ਐਸੀ ਤਿਆਰ ਕੀਤੀ ਜਿਹਦੇ 'ਚ ਆਦਿ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਸਾਹਿਬ ਦੋਵੇਂ ਇਕੱਠੇ ਕਰ ਦਿੱਤੇ। ਉਹ ਹੁਣ ਦਿੱਲੀ ਉਹ ਬੀੜ ਮਹਾਰਾਜਾ ਸਰਦਾਰ ਗੁਲਾਬ ਸਿੰਘ ਜੀ ਸੇਠੀ ਹੋਏ ਆ, ਉਹਨਾਂ ਦੇ ਪਰਿਵਾਰ ਕੋਲ ਹੈ, ਹਨੂੰਮਾਨ ਰੋਡ ਦਿੱਲੀ ਦੇ, ਉੱਥੇ ਖਾਲਸਾ ਜੀ ਉਹ ਬੀੜ ਮੌਜੂਦ ਹੈ। ਅੱਜ ਕੱਲ੍ਹ ਕਈ ਕਿੰਤੂ ਪਰੰਤੂ ਵਾਲੇ ਦਸਮ ਤੇ ਕਿੰਤੂ ਕਰਦੇ, ਉਹ ਜਾ ਕੇ ਦੇਖ ਲਓ, ਭਾਈ ਮਨੀ ਸਿੰਘ ਦੇ ਹੱਥ ਦੀ ਲਿਖੀ ਹੋਈ ਬੀੜ ਹੈ ਉਹ। ਸੋ ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੋਥੀਆਂ ਜਦੋਂ ਬਣਾਈਆਂ, ਤੇ ਪੰਥ ਖਾਲਸੇ ਦੇ ਜਿਹੜੇ ਪ੍ਰੇਮੀ ਸਿੰਘ ਜਜ਼ਬਾਤੀ ਸੀਗੇ ਨਾ, ਉਹਨਾਂ ਨੇ ਆਖਿਆ ਇਹ ਠੀਕ ਨਹੀਂ ਕੀਤਾ। ਭਾਈ ਮਨੀ ਸਿੰਘ ਜੀ ਤੁਸੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਘੱਟ ਦਿੱਤੇ ਆ, ਪੋਥੀਆਂ ਵੱਖਰੀਆਂ ਵੱਖਰੀਆਂ ਕਰਤੀਆਂ, ਇਹ ਤੁਸੀਂ ਠੀਕ ਨਹੀਂ ਕੀਤਾ। ਤਬ ਸਿੱਖ ਸੰਗਤ ਬਚ ਕਹਿਓ, ਹੋਰ ਬੰਦਵ ਤੁਝੈ ਤੁੜਾਏ। ਸਿੰਘ ਕਹਿਣ ਲੱਗੇ, ਪ੍ਰੇਮੀ ਸਿੰਘ ਬਾਣੀ ਦੇ, ਉਹ ਕਹਿੰਦੇ ਭਾਈ ਮਨੀ ਸਿੰਘ ਜੀ ਤੁਹਾਡੇ ਬੰਦ ਕੱਟੇ ਜਾਣਗੇ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੋੜ ਦਿੱਤੀ ਹੈ, ਪੋਥੀਆਂ ਬਣਾਤੀਆਂ ਵਿੱਚੋਂ। ਇੱਕ ਉਹਨਾਂ ਨੇ ਨਿਯਮ ਇਹ